ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਝ ਮਹਿਲਾ ਤੀਜਾ। ਤੇਰੇ ਭਗਤ ਸੋਹੇ ਸਾਚੈ ਦਰਬਾਰੇ। ਗੁਰ ਕੈ ਸ਼ਬਦ ਨਾਮ ਸਵਾਰੇ। ਸਦਾ ਆਨੰਦ ਰਹੇ ਦਿਨ ਰਾਤੀ। ਗੁਣ ਕਹਿ ਗੁਣੀ ਸਮਾਵਨਿਆ। ਹਉ ਵਾਰੀ ਜੀਉ ਵਾਰੀ। ਨਾਮ ਸੁਨ ਮਨ ਵਸਾਵਨਿਆ। ਹਰ ਜੀਉ ਸੱਚਾ ਊਚੋ ਊਚਾ। ਹਉ ਮੈਂ ਮਾਰ ਮਿਲਾਵਨਿਆ। ਰਹਾਉ ਹਰ ਜੀਉ ਸਾਚਾ ਸਾਚੀ ਨਾਈ। ਗੁਰ ਪ੍ਰਸਾਦੀ ਕਿਸੈ ਮਿਲਾਈ। ਗੁਰ ਸ਼ਬਦ ਮਿਲਹਿ ਸੇ ਵਿਛੁੜਹਿ ਨਾਹੀ। ਸਹਜੇ ਸੱਚ ਸਮਾਵਨਿਆ। ਤੁਝ ਤੇ ਬਾਹਰ ਕਛੂ ਨ ਹੋਏ। ਤੂੰ ਕਰ ਕਰ ਵੇਖੈ ਜਾਣੈ ਸੋਏ। ਆਪੇ ਕਰੇ ਕਰਾਏ ਕਰਤਾ। ਗੁਰਮਤਿ ਆਪ ਮਿਲਾਵਨਿਆ। ਕਾਮਨ ਗੁਣਵੰਤੀ ਹਰ ਪਾਏ। ਭੈ ਪਾਏ ਸ਼ਿੰਗਾਰ ਬਨਾਏ। ਸਤਿਗੁਰ ਸੇਵ ਸਦਾ ਸੁਹਾਗਨ। ਸਚ ਉਪਦੇਸ਼ ਸਮਾਵਨਿਆ। ਸ਼ਬਦ ਵਿਸਾਰਨ ਤਿਨਾ ਠੋਰ ਨ ਠਾਓ। ਭ੍ਰਮ ਭੁੱਲੇ ਜਿਉ ਸੁੰਝੈ ਕਰ ਕਾਉ। ਹਲਤ ਪਲਤ ਤਿਨਿ ਦੋਵੈ ਗਵਾਏ। ਦੁਖੇ ਦੁਖ ਵਿਹਾਵਨਿਆ। ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ। ਦੂਜੈ ਪਾਏ ਸੁਖ ਪਾਏ ਨ ਕੋਈ। ਕੂੜ ਲਿਖੈ ਤੈ ਕੂੜ ਕਮਾਵੈ।
ਕਮਾਵੈ। ਜਲ ਜਾਵਹਿ ਕੂੜ ਚਿਤ ਲਾਵਨਿਆ। ਜਲ ਜਾਵੈ ਕੂੜ ਚਿਤ ਲਾਵਣਿਆ। ਗੁਰਮੁਖ ਸੱਚੋ ਸੱਚ ਲਿਖੈ ਵਿਚਾਰ। ਗੁਰਮੁਖ ਸੱਚੋ ਸੱਚ ਲਿਖੈ ਵਿਚਾਰ। ਸੇ ਜਨ ਸੱਚੇ ਪਾਵਹਿ ਮੋਖ ਦੁਆਰ। ਸੇ ਜਨ ਸੱਚੇ ਪਾਵੈ ਮੋਖ ਦੁਆਰ। ਸੱਚ ਕਾਗਦ ਕਲਮ ਮਸਵਾਣੀ। ਸੱਚ ਕਾਗਦ ਕਲਮ ਮਸਵਾਣੀ। ਸੱਚ ਲਿਖ ਸੱਚ ਸਮਾਵਨਿਆ। ਸੱਚ ਲਿਖ ਸੱਚ ਸਮਾਵਣਿਆ। ਮੇਰਾ ਪ੍ਰਭ ਅੰਤਰ ਬੈਠਾ ਵੇਖੈ। ਮੇਰਾ ਪ੍ਰਭ ਅੰਤਰ ਬੈਠਾ ਵੇਖੈ। ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ। ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ। ਨਾਨਕ ਨਾਮ ਮਿਲੈ ਵਡਿਆਈ। ਨਾਨਕ ਨਾਮ ਮਿਲੈ ਵਡਿਆਈ। ਪੂਰੇ ਗੁਰ ਤੇ ਪਾਵਨਿਆ। ਪੂਰੇ ਗੁਰ ਤੇ ਪਾਵਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੀਜੇ ਪਾਤਸ਼ਾਹ ਤੀਜੇ ਨਾਨਕ ਗੁਰੂ ਅਮਰਦਾਸ ਜੀ 122 ਨੰਬਰ ਪੰਨੇ ਤੇ ਆਪਾਂ ਨੂੰ ਮਾਝ ਰਾਗ ਵਿੱਚ ਸਮਝਾ ਰਹੇ ਨੇ। ਜਿਵੇਂ ਪਿਛਲੇ ਸ਼ਬਦਾਂ ਵਿੱਚ ਵੀ ਸਮਝਦੇ ਆ ਰਹੇ ਹਾਂ ਵੀ ਭਗਤੀ ਕਿਵੇਂ ਹੁੰਦੀ ਹੈ, ਸਾਨੂੰ ਕਿਹੜੇ ਕੰਮ ਕਰਨੇ ਚਾਹੀਦੇ ਨੇ, ਗੁਰੂ ਦੀਆਂ ਸਿੱਖਿਆਵਾਂ ਅਨੁਸਾਰ ਤੁਰ ਕੇ ਸਾਡਾ ਮਨ ਕੈਸਾ ਹੋਣਾ ਚਾਹੀਦਾ ਹੈ। ਤਾਂ ਇੱਥੇ ਵੀ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਵੀ ਜੇ ਤੇਰੇ ਭਗਤ ਸੋਹੇ ਸਾਚੈ ਦਰਬਾਰੇ, ਜਿਹੜੇ ਤੇਰੇ ਭਗਤ ਨੇ ਉਹ ਸੱਚੇ ਦਰਬਾਰ ਵੀ ਸੋਹਣੇ ਲੱਗਦੇ ਨੇ। ਭਗਤ ਕੌਣ ਨੇ? ਆਪਾਂ ਨੂੰ ਦੇਖੋ ਵਾਰ-ਵਾਰ ਜੇ ਆਪਾਂ ਕਿੰਨੇ ਟਾਈਮ ਤੋਂ ਆਪਾਂ ਦੇਖੋ ਸ਼ਬਦ ਨੂੰ ਪੜ੍ਹਦੇ ਆ ਰਹੇ ਹਾਂ, ਭਗਤ ਆਪਾਂ ਹਰ ਵਾਰ ਗੱਲ ਕਰ ਚੁੱਕੇ। ਜਿਹੜੀ ਚੀਜ਼ ਪ੍ਰਮਾਤਮਾ ਨੂੰ ਚੰਗੀ ਲੱਗਦੀ ਹੈ, ਜਿਹੜੇ ਉਸ ਅਨੁਸਾਰ ਜੀਵਨ ਜਿੰਦੇ ਨੇ ਉਹ ਭਗਤ ਬਣ ਜਾਂਦੇ ਨੇ। ਜਿਹੜੇ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਅੰਦਰ ਗ੍ਰਹਿਣ ਕਰਦੇ ਰਹਿੰਦੇ ਨੇ, ਉਹਦੇ ਅਨੁਸਾਰ ਜੀਵਨ ਜਿੰਦੇ ਨੇ ਉਹ ਕੀ ਬਣ ਜਾਂਦੇ ਨੇ? ਭਗਤ। ਉਹ ਸੋਹਣੇ ਲੱਗਦੇ ਨੇ। ਸੱਚ ਹੈ ਦਰਬਾਰੇ, ਸੱਚੇ ਲੋਕਾਂ ਵਿੱਚੋਂ ਸੋਹਣੇ ਲੱਗਦੇ ਨੇ। ਸੱਚ ਹੈ, ਸੱਚ। ਹੁਣ ਕਈ ਵਾਰ ਦੇਖੋ ਪਤਾ ਨਹੀਂ, ਪਰ ਆਪਾਂ ਦੁੱਧ ਰੱਖ ਦਈਏ, ਉਦਾਹਰਨ ਦੇ ਰਹੇ ਹਾਂ, ਕਾਂ ਕਈ ਦੁੱਧ ਨੂੰ ਨਹੀਂ ਪੀਂਦੇ, ਮੈਨੂੰ ਲੱਗਦਾ ਪੀਂਦੇ ਦੇਖੇ ਨਾ ਕਦੀ? ਜਾਂ ਆਪਾਂ ਗੱਲ ਕਰਦੇ ਹਾਂ ਵੀ ਜਿੱਥੇ ਝੂਠੇ ਲੋਕ ਜ਼ਿਆਦਾ ਹੋਣ, ਜਿਵੇਂ ਆਪਾਂ ਜੇ ਗੱਲ ਕਰੀਏ ਆਪਣੀਆਂ ਵਿਧਾਨ ਸਭਾਵਾਂ ਦੀ, ਠੀਕ ਹੈ ਜੀ, ਜਿੱਥੇ ਚੁਣ ਚੁਣ ਕੇ ਲੋਕਾਂ ਨੂੰ ਖੜੇ ਹੁੰਦੇ ਨੇ, ਜਾਂ ਆਪਣੇ ਚਾਹੇ ਨਗਰ ਪਾਲਿਕਾਵਾਂ ਨੇ, ਸਭ ਤੋਂ ਵੱਧ, ਠੀਕ ਹੈ, ਉਹ ਸਾਰਿਆਂ ਨੂੰ ਨਹੀਂ ਕਹਿੰਦੇ, ਸਭ ਤੋਂ ਵੱਧ ਝੂਠੇ ਲੋਕ ਇੱਥੇ ਖੜੇ ਨੇ। ਹੁਣ ਮੰਨ ਲਓ ਇਹ ਝੂਠਿਆਂ ਦੇ ਵੀ ਜਾ ਕੇ ਕੋਈ ਸੱਚ ਦੀ ਗੱਲ ਕਰੇ ਵੀ ਇੱਦਾਂ ਨਹੀਂ, ਇੱਦਾਂ ਕਰਨਾ ਹੈ, ਉਹ ਸੱਚ ਨੂੰ ਕਦੀ ਟਿਕਣ ਦੇਣਗੇ ਉੱਥੇ? ਜਾਂ ਆਪ ਭੱਜਣਗੇ ਜਾਂ ਉਹਨੂੰ ਭਜਾਣਗੇ। ਪਰ ਜੇ ਸੱਚ ਸੱਚੇ ਲੋਕਾਂ ਵਿੱਚ ਚਲਾ ਜਾਵੇ, ਇਮਾਨਦਾਰ ਲੋਕਾਂ ਵਿੱਚ, ਉਹਦੀ ਇੱਜ਼ਤ ਬਣੂਗੀ ਜਾਂ ਨਹੀਂ ਬਣੂਗੀ? ਤਾਂ ਇੱਦਾਂ ਹੀ ਗੁਰੂ ਜੀ ਕਹਿੰਦੇ ਜਿਹੜੇ ਚੰਗੇ ਕੰਮ ਕਰਨ ਵਾਲੇ ਨੇ ਉਹ ਸੌਂਦੇ ਨੇ, ਸੋਹਣੇ ਲੱਗਦੇ ਨੇ ਸੱਚੇ ਦਰਬਾਰ ਵਿੱਚ, ਜਿੱਥੇ ਸੱਚ ਦੀ ਹੀ ਗੱਲ ਹੁੰਦੀ ਹੈ। ਅਤੇ ਪ੍ਰਮਾਤਮਾ ਦਾ ਸੱਚਾ ਹੈ ਝੂਠਾ ਹੈ ਜੀ? ਪਰਮਾਤਮਾ ਦਾ ਦੁਆਰ ਹੈ, ਪਰਮ ਪਿਤਾ ਬ੍ਰਹਮੰਡ ਦੇ ਮਾਲਿਕ, ਉਹ ਸੱਚ ਨੇ ਜਾਂ ਝੂਠ ਨੇ? ਸੱਚ। ਤਾਂ ਉੱਥੇ ਵੀ ਉਹਨਾਂ ਦੀ ਇੱਜ਼ਤ ਹੁੰਦੀ ਹੈ ਜੋ ਲਾਸਟ ਨੇ, ਆਪਣੇ ਲਈ ਲਾਸਟ ਨੇ। ਉਹਨਾਂ ਲਈ ਤਾਂ ਪਰਮਾਤਮਾ ਲਈ ਤਾਂ ਕੋਈ ਚੀਜ਼ ਲਾਸਟ ਹੈ ਹੀ ਨਹੀਂ, ਆਪਣੇ ਲਈ ਜੋ ਲਾਸਟ ਨੇ, ਜੋ ਪਰਮਾਨੈਂਟ ਨੇ, ਉੱਥੇ ਵੀ ਉਹ ਸੋਹਣੇ ਲੱਗਦੇ ਨੇ। ਤਾਂ ਆਪਾਂ ਉਹਨਾਂ ਦੀ ਗੱਲ ਕਰਾਂਗੇ, ਟੈਂਪਰੇਰੀ ਝੂਠਿਆਂ ਦੀ ਗੱਲ ਨਹੀਂ ਕਰਾਂਗੇ। ਗੁਰ ਕੈ ਸ਼ਬਦ ਨਾਮ ਸਵਾਰੇ, ਉਹ ਗੁਰੂ ਦੇ ਸ਼ਬਦ ਦੁਆਰਾ ਨਾਮ ਵਿੱਚ ਭਿੱਜ ਕੇ ਆਪਣੇ ਆਪ ਨੂੰ ਸਵਾਰ ਲੈਂਦੇ ਹਨ। ਗੁਰੂ ਦਾ ਸ਼ਬਦ, ਗੁਰੂ ਦੀਆਂ ਸਿੱਖਿਆਵਾਂ ਮੰਨੀਆਂ ਸੁਣੀਆਂ, ਨਾਮ ਪਰਮਾਤਮਾ ਦਾ ਗੁਣ, ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਿਆ, ਫਿਰ ਉਹ ਗੁਰੂ ਤੋਂ ਸਿੱਖਿਆ ਲੈ ਕੇ। ਦੇਖੋ ਆਪਾਂ ਨੂੰ ਨਹੀਂ ਨਾ ਪਤਾ ਸੀ ਪਰਮਾਤਮਾ ਦਾ ਹੁਕਮ ਕੀ ਕਹਿੰਦਾ, ਪਰਮਾਤਮਾ ਦਾ ਨਾਮ ਕੀ ਕਹਿੰਦਾ, ਪਰ ਗੁਰੂ ਨੇ ਸਾਨੂੰ ਦੱਸਿਆ ਵੀ ਉਸ ਦਾ ਨਾਮ ਸਾਨੂੰ ਕੀ ਕਹਿ ਰਿਹਾ, ਪਰਮਾਤਮਾ ਦਾ ਹੁਕਮ ਸਾਨੂੰ ਕੀ ਕਹਿ ਰਿਹਾ। ਗੁਰੂ ਜੀ ਨੇ ਸੋਝੀ ਪਾਈ, ਜਿਸ ਨੇ ਉਹਨਾਂ ਰਸਤਿਆਂ 'ਤੇ ਚੱਲ ਕੇ ਆਪਣੇ ਆਪ ਨੂੰ ਸੋਹਣਾ ਬਣਾਇਆ, ਸਵਾਰੇ। ਠੀਕ ਹੈ ਜੀ। ਸਦਾ ਆਨੰਦ ਰਹੇ ਦਿਨ ਰਾਤੀ, ਉਹ ਦਿਨ ਰਾਤੀ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ। ਫਿਰ ਜਿਹੜੇ ਗੁਰੂ ਦੇ ਸ਼ਬਦ ਨੂੰ ਮੰਨ ਕੇ ਸੁਣ ਕੇ ਪਰਮਾਤਮਾ ਦੇ ਨਾਮ ਦੇ ਵਿੱਚ ਆਪਣੇ ਆਪ ਨੂੰ ਸੋਹਣਾ ਬਣਾਉਂਦੇ ਨੇ, ਉਹ ਦਿਨ ਰਾਤੀ ਸਦਾ ਹੀ ਖੁਸ਼ੀਆਂ ਖੇੜਿਆਂ ਵਿੱਚ ਰਹਿੰਦੇ ਨੇ। ਗੁਣ ਕਹਿ ਗੁਣੀ ਸਮਾਵਣਿਆ,
ਉਹ ਗੁਣਾਂ ਦੀ ਗੱਲ ਕਰਦੇ ਕਰਦੇ ਉਸ ਗੁਣਾਂ ਵਿੱਚ ਹੀ ਸਮਾ ਜਾਂਦੇ ਨੇ, ਉਸ ਗੁਣੀ ਵਿੱਚ ਪਰਮਾਤਮਾ ਵਿੱਚ ਹੀ ਸਮਾ ਜਾਂਦੇ ਹਨ। ਹੋਂ ਵਾਰੀ ਜੀਓ ਵਾਰੀ, ਗੁਰੂ ਜੀ ਕਹਿੰਦੇ ਮੈਂ ਵਾਰ ਨਹੀਂ ਜਾਂਦਾ ਹਾਂ, ਮੇਰੀ ਜ਼ਿੰਦਗੀ ਵੀ ਵਾਰ ਨਹੀਂ ਜਾਂਦੀ ਹੈ। ਨਾਮ ਸੁਣ, ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਸੁਣਿਆ, ਉਸ ਹੁਕਮ ਨੂੰ ਆਪਣੇ ਸਮਝਿਆ, ਗੁਰੂ ਦੇ ਸ਼ਬਦ ਵਾਲੇ ਉਸ ਪਰਮਾਤਮਾ ਦੇ ਹੁਕਮ ਨੂੰ ਸਮਝਿਆ, ਗੁਣਾਂ ਨੂੰ ਸਮਝਿਆ, ਗੁਣਾਂ ਨੂੰ ਸੁਣਿਆ, ਮਨ ਵਸਾਵਨਿਆ, ਤੇ ਉਸ ਨੂੰ ਮਨ ਵਿੱਚ ਵਸਾਇਆ। ਕਿੱਥੇ ਵਸਾਇਆ? ਮਨ ਵਿੱਚ। ਹੈ ਜੇ ਵਿਅਕਤੀਆਂ ਤੋਂ ਗੁਰੂ ਜੀ ਕਹਿੰਦੇ ਮੈਂ ਕੁਰਬਾਨ ਜਾਂਦਾ, ਮੇਰੀ ਜਿੰਦ ਕੁਰਬਾਨ ਜਾਂਦੀ ਹੈ, ਬਾਹਰ ਨਹੀਂ ਜਾਂਦੀ ਹੈ। ਹਰ ਜੀਓ ਸੱਚਾ ਊਚੋ ਊਚਾ, ਕਿਉਂਕਿ ਹਰੀ ਪਰਮਾਤਮਾ ਜੋ ਹੈ ਉਹ ਸੱਚਾ ਹੈ, ਸਭ ਤੋਂ ਉੱਚਾ ਹੈ। ਹਉਮੈ ਮਾਰ ਮਿਲਾਵਨਿਆ, ਪਰ ਜੇ ਤੂੰ ਆਪਣੀ ਹਉਮੈ ਨੂੰ ਖਤਮ ਕਰੇਗਾ ਤਾਂ ਹੀ ਉਸ ਨਾਲ ਮਿਲਾਪ ਹੋਊਗਾ ਤੇਰਾ। ਗੁਰੂ ਜੀ ਕਹਿੰਦੇ ਇੱਦਾਂ ਨਹੀਂ ਹੋਣਾ। ਕਿਵੇਂ ਹੋਊਗਾ? ਹਉਮੈ ਨੂੰ ਮਾਰ ਕੇ, ਆਪਣੀ ਹਉਮੈ ਨੂੰ ਖਤਮ ਕਰਕੇ, ਹਉਮੈ ਨੂੰ ਵਿੱਚੋਂ ਉਡਾ ਕੇ, ਜਦੋਂ ਹਉਮੈ ਖਤਮ ਹੁੰਦੀ ਹੈ ਨਾ, ਫਿਰ ਕਿਸੇ ਚੀਜ਼ ਦਾ ਦੁੱਖ ਨਹੀਂ ਲੱਗਦਾ ਬੰਦੇ ਨੂੰ। ਕੋਈ ਕੁਝ ਵੀ ਕਹੀ ਚੱਲੇ, ਮਨ ਕੀ ਹੋ ਜਾਂਦਾ ਹੈ? ਸਮਤਲ ਅਵਸਥਾ ਵਿੱਚ ਆ ਜਾਂਦਾ ਹੈ। ਜਿਵੇਂ ਗੁਰੂ ਤੇਗ ਬਹਾਦਰ ਦੇ ਸ਼ਲੋਕਾਂ ਦੇ ਵਿੱਚ ਕਿੰਨਾ ਕੁਛ ਆਉਂਦਾ ਹੈ। ਜੋ ਨਰ, ਹੁਣ ਦੇਖੋ ਯਾਦ ਨਹੀਂ ਆ ਰਿਹਾ, ਜੋ ਨਰ ਮਤਲਬ ਕਿ ਦੁੱਖ ਮੈਂ ਦੁੱਖ ਨਹੀਂ ਮੰਨਦਾ, ਮਤਲਬ ਹਰ ਇੱਕ ਅਵਸਥਾ ਦੁੱਖ ਨਹੀਂ ਮੰਨਦਾ, ਸੁੱਖ ਦੇ ਵਿੱਚ ਵੀ ਜ਼ਿਆਦਾ ਟੱਪਦਾ ਨਹੀਂ ਹੈ, ਕਿਸੇ ਦੇ ਕਹੇ ਸ਼ਬਦਾਂ ਦਾ ਬੁਰਾ ਨਹੀਂ ਮਨਾਉਂਦਾ, ਚਾਪਲੂਸੀ 'ਚ ਵੀ ਨਹੀਂ ਆਉਂਦਾ, ਮਾੜੇ ਸ਼ਬਦਾਂ ਦਾ ਵੀ ਦੁੱਖ ਨਹੀਂ ਮਨਾਉਂਦਾ। ਜੇ ਕੋਈ ਉਹਦੀ ਵਡਿਆਈ ਕਰਦਾ ਨਾ, ਉਹਦੇ ਚੱਕਰ 'ਚ ਵੀ ਨਹੀਂ ਪੈਂਦਾ, ਚਾਪਲੂਸੀ 'ਚ ਵੀ ਨਹੀਂ ਆਉਂਦਾ। ਕਈ ਆਪਾਂ ਚਾਪਲੂਸੀ 'ਚ ਵੱਧ ਆ ਜਾਂਦੇ ਆ ਬੰਦੇ। ਕਿਸੇ ਦੀ ਵਡਿਆਈ ਆਪਾਂ, ਮੈਂ ਮੰਨ ਲਓ ਕਿਸੇ ਦੀ ਵਡਿਆਈ ਕਰ ਦੇਵਾਂ ਜਾਂ ਕੋਈ ਮੇਰੀ ਵਡਿਆਈ ਕਰ ਦੇਵੇ, ਆਪਾਂ ਜਿਹੜਾ ਵਡਿਆਈ ਕਰਦਾ ਉਹਦੇ ਵੱਲ ਨੂੰ ਝੁਕ ਜਾਂਦੇ ਆ ਬਿਨਾਂ ਸੋਚੇ ਸਮਝੇ ਕਿ ਉਹ ਚਾਪਲੂਸੀ ਕਿਉਂ ਕਰ ਰਿਹਾ। ਉਹ ਕਹਿੰਦੇ ਉਹ ਸਥਿਰ ਅਵਸਥਾ ਵਿੱਚ ਆ ਜਾਂਦਾ, ਉਸ ਦੀ ਆਤਮਾ ਸਹਿਜ ਅਵਸਥਾ ਵਿੱਚ ਆ ਜਾਂਦੀ ਹੈ। ਅਤੇ ਹਉਮੈ ਮਾਰ ਕੇ ਹੀ ਚੀਜ਼ਾਂ ਦੀ ਸਮਝ ਪੈਂਦੀ ਹੈ। ਅਗਰ ਹਉਮੈ ਵਿੱਚ ਜੀਵਾਂਗੇ ਸਮਝ ਨਹੀਂ ਆਉਂਦੀ। ਰਹਾਓ ਹਰ ਜੀਓ ਸੱਚਾ ਸਾਚੀ ਨਾਈ, ਪਰਮਾਤਮਾ ਖੁਦ ਸੱਚਾ ਹੈ, ਉਸ ਦੀ ਵਡਿਆਈ ਵੀ ਸੱਚੀ ਹੈ। ਨਾਈ ਦਾ ਮਤਲਬ ਵਡਿਆਈ, ਵਡਿਆਈ ਨਾਈ ਦਾ ਮਤਲਬ ਹੁਕਮ ਵੀ, ਨਾਈ ਦਾ ਮਤਲਬ ਉਸ ਦੇ ਨਿਯਮ ਵੀ, ਨਾਈ ਦਾ ਮਤਲਬ ਉਸ ਦਾ ਨਾਮ ਵੀ, ਸਭ ਇੱਕੋ ਗੱਲ ਹੈ ਜੀ, ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਜੇ ਨਹੀਂ ਸਮਝਣਾ, ਚਾਹੇ ਅਲੱਗ-ਅਲੱਗ ਅਰਥ ਕਰ ਲਈਏ, ਪੱਲੇ ਫਿਰ ਵੀ ਕੁਝ ਨਹੀਂ ਪੈਣਾ। ਤਾਂ ਪਰਮਾਤਮਾ ਖੁਦ ਸੱਚਾ ਹੈ ਅਤੇ ਉਸ ਦੀ ਵਡਿਆਈ, ਉਸ ਦਾ ਨਾਮ, ਉਸ ਦਾ ਹੁਕਮ, ਉਸ ਦੇ ਨਿਯਮ, ਉਸ ਦਾ ਨਿਆਏ, ਜੇ ਨਿਆਏ ਕਰਦਾ ਨਾ, ਉਹ ਇਨਸਾਫ ਕਰਦਾ, ਉਹ ਵੀ ਸੱਚਾ ਹੈ। ਗੁਰ ਪ੍ਰਸਾਦੀ ਕਿਸੈ ਮਿਲਾਏ, ਗੁਰੂ ਦੀ ਕਿਰਪਾ ਨਾਲ, ਮਾਫ ਕਰਨਾ ਜੀ, ਗੁਰ ਪ੍ਰਸਾਦੀ ਕਿਸੈ ਮਿਲਾਈ, ਗੁਰੂ ਅਨੁਸਾਰ ਚੱਲ ਕੇ, ਗੁਰੂ ਦੀ ਕਿਰਪਾ ਨਾਲ। ਗੁਰੂ ਦੀ ਕਿਰਪਾ ਕਦੋਂ? ਜੋ ਗੁਰੂ ਦਾ ਕਹਿਣਾ ਮੰਨਾਂਗੇ, ਕਿਸੇ ਕਿਸੇ ਨੂੰ ਮਿਲ ਜਾਂਦਾ ਉਹ, ਜੋ ਉਸ ਦੇ ਅਨੁਸਾਰ ਚੱਲਦੇ ਨੇ। ਕਿਸੇ ਦਾ ਮਤਲਬ ਹੈ ਜੋ ਉਸ ਅਨੁਸਾਰ ਚੱਲਦੇ ਨੇ, ਮਿਲ ਜਾਂਦਾ। ਇਹ ਨਹੀਂ ਕਿ ਵੀ ਮਿਲਦਾ ਹੀ ਨਹੀਂ ਕਿਸੇ ਨੂੰ, ਇਹ ਵੀ ਵਰਡ ਨਹੀਂ ਹੈਗਾ ਉਰੇ। ਮਿਲ ਜਾਂਦਾ ਹੈ, ਪਰ ਗੁਰੂ ਦੀ ਕਿਰਪਾ ਨਾਲ। ਹੁਣ ਗੁਰੂ ਦੀ ਕਿਰਪਾ ਕਿਵੇਂ ਹੋਊਗੀ? ਆਪਾਂ ਕਿੰਨੇ ਸ਼ਬਦਾਂ 'ਚ ਪੜ੍ਹਿਆ, ਗੁਰੂ ਦੇ ਅਨੁਸਾਰ ਜੀਵਨ ਜੀ ਕੇ। ਤਾਂ ਆਪਾਂ ਨੂੰ ਵੀ ਮਿਲ ਸਕਦਾ ਪਰਮਾਤਮਾ, ਆਪਾਂ ਨੂੰ ਵੀ ਅੰਦਰ ਵੀ ਉਹ ਪ੍ਰਗਟ ਹੋ ਸਕਦਾ ਹੈ, ਮਹਿਸੂਸ ਕਰ ਸਕਦੇ ਹਾਂ, ਜੇ ਗੁਰੂ ਦੀਆਂ ਸਿੱਖਿਆਵਾਂ ਨੂੰ ਸਮਝਾਂਗੇ ਅਤੇ ਮੰਨਾਂਗੇ। ਗੁਰ ਸ਼ਬਦ ਮਿਲਹਿ ਸੇ ਵਿਛੜੇ ਨਾਹੀ, ਜਿਹੜੇ ਜਿਨ੍ਹਾਂ ਵਿੱਚ ਗੁਰੂ ਦਾ ਸ਼ਬਦ ਦੇ ਦੁਆਰਾ ਜਿਹੜੇ ਮਿਲ ਜਾਂਦੇ ਨੇ, ਜਾਂ ਜਿਨ੍ਹਾਂ ਵਿੱਚ ਗੁਰੂ ਦਾ ਸ਼ਬਦ ਇੱਕਮਿਕ ਹੋ ਜਾਂਦਾ ਹੈ, ਗੁਰੂ ਦੇ ਸ਼ਬਦ ਦੁਆਰਾ ਜਿਹੜੇ ਮਿਲ ਜਾਂਦੇ ਨੇ, ਉਹ ਕਦੇ ਵਿਛੜਦੇ ਨਹੀਂ। ਫਿਰ ਜਿਹਨੂੰ ਇੱਕ ਵਾਰ ਫਾਰਮੂਲਾ ਸਮਝ ਆ ਗਿਆ ਕਿ 2+2 4 ਹੁੰਦੇ ਨੇ, ਕੋਈ ਉਹਨੂੰ ਇੱਕ ਕਿਸਮ ਹੋ ਸਕਦਾ ਵੀ ਉਹਨੂੰ ਪਤਾ ਕਵੇ 2 ਜਾਂ 2 3 ਜਾਂ 5 ਹੁੰਦੇ ਨੇ, ਮੰਨੂ ਕਦੀ ਬੰਦਾ ਗੱਲ ਉਹ, ਜਿਸ ਨੂੰ ਕਹੇ ਫਾਰਮੂਲੇ ਸਮਝ ਆ ਗਿਆ ਵੀ 2+2 ਕਿੰਨੇ ਹੁੰਦੇ ਨੇ? 4। ਹੁਣ ਕੋਈ ਬੰਦਾ ਕਹੇ ਨਹੀਂ ਜੀ 2+2 ਤਾਂ 5 ਹੁੰਦੇ ਨੇ, ਜਾਂ 2+2 ਤਾਂ 3 ਜਾਂ 1 ਹੁੰਦੇ ਨੇ, ਕੋਈ ਮੰਨੂਗਾ? ਜਿਹਨੂੰ ਸਮਝ ਆ ਗਿਆ। ਇੱਦਾਂ ਜਿਹੜਾ ਇੱਕ ਵਾਰ ਗੁਰੂ ਦੇ ਅਨੁਸਾਰ ਮਿਲ ਗਿਆ, ਜਿਹਨੂੰ ਕਹਾਣੀਓ ਸਮਝ ਆ ਗਈ, ਉਹ ਮੁੜ ਕੇ ਨਹੀਂ ਵਿਛੜਦਾ, ਉਹ ਭੁਲੇਖੇ ਵਿੱਚ ਨਹੀਂ ਪੈਂਦਾ। ਸਹਿਜੇ ਸੱਚ ਸਮਾਵਨਿਆ, ਉਹਦੀ ਆਤਮਾ ਅਡੋਲ ਹੋ ਕੇ ਉਹ ਸੱਚ ਵਿੱਚ ਸਮਾ ਜਾਂਦੀ ਹੈ, ਉਹ ਸੱਚ ਵਿੱਚ ਸਮਾ ਕੇ ਉਹਦੀ ਆਤਮਾ ਅਡੋਲ ਹੋ ਜਾਂਦੀ ਹੈ। ਤੁਝ ਤੇ ਬਾਹਰ ਕਛੂ ਨਾ ਹੋਈ, ਕਿਉਂਕਿ ਪਰਮਾਤਮਾ ਦੇ ਨਿਯਮਾਂ ਤੋਂ ਬਾਹਰ ਕੋਈ ਚੀਜ਼ ਵੀ ਨਹੀਂ ਹੁੰਦੀ। ਤੂੰ ਕਰ ਕਰ ਵੇਖੈ ਜਾਣੈ ਸੋਏ,
ਹੁਣ ਦੇਖੋ ਤੁਝ ਤੇ ਬਾਹਰ ਕਛੂ ਨਾ ਹੋਏ, ਪ੍ਰਮਾਤਮਾ ਤੋਂ ਬਾਹਰ ਕੁਝ ਨਹੀਂ ਹੁੰਦਾ। ਤੂੰ ਕਰ ਕਰ ਵੇਖਿਆ ਜਾਨ ਹੈ ਸੋਏ। ਹਰ ਇੱਕ ਚੀਜ਼ ਤੇਰੇ ਅਨੁਸਾਰ ਹੀ ਹੋ ਰਹੀ ਹੈ ਤੇ ਉਸ ਨੂੰ ਤੂੰ ਦੇਖ ਵੀ ਰਿਹਾ ਹੈ। ਤੂੰ ਕਰ ਕਰ ਵੇਖਿਆ, ਪੈਦਾ ਕਰ ਕਰਕੇ ਉਹਨਾਂ ਨੂੰ ਵੇਖ ਵੀ ਰਿਹਾ ਹੈ। ਠੀਕ ਹੈ ਜੀ। ਜਾਨ ਹੈ ਉਸ ਨਾਲ ਦੀ ਤੂੰ ਜਾਣਦਾ, ਹਰ ਇੱਕ ਚੀਜ਼ ਨੂੰ ਤੂੰ ਸਮਝ ਵੀ ਰਿਹਾ ਹੈ, ਤੈਨੂੰ ਸਾਰਾ ਕੁਝ ਪਤਾ, ਜਿਹਨੇ ਬਣਾਈ ਉਹ ਸਭ ਕੁਝ ਪਤਾ ਹੀ ਹੈ। ਉਸ ਨੂੰ ਹੀ ਉਹ ਪੈਦਾ ਕਰ ਰਿਹਾ, ਜਨਮ ਦੇ ਰਿਹਾ, ਹਰ ਇੱਕ ਚੀਜ਼ ਖਾਣ ਪੀਣ ਦਾ ਪ੍ਰਬੰਧ ਅਤੇ ਹਰ ਇੱਕ ਦੇ ਦਿਲਾਂ ਦੀ ਉਹ ਪ੍ਰਮਾਤਮਾ ਆਪ ਹੀ ਜਾਣਦਾ ਹੈ। ਉਸ ਤੋਂ ਕੋਈ ਵੀ ਚੀਜ਼ ਲੁਕੀ ਹੋਈ ਨਹੀਂ ਹੈ। ਆਪੇ ਕਰੇ ਕਰਾਏ ਕਰਤਾ, ਇਹ ਸਭ ਕੁਝ ਪ੍ਰਮਾਤਮਾ ਆਪ ਹੀ ਕਰਵਾ ਰਿਹਾ ਹੈ। ਗੁਰਮਤਿ ਆਪ ਮਿਲਾਵਨਿਆ, ਗੁਰੂ ਦੀ ਮੱਤ ਲੈ ਕੇ ਆਪਣੇ ਵਿੱਚ ਉਸ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ। ਜੋ ਗੁਰੂ ਦੀ ਮੱਤ ਲੈਂਦੇ ਨੇ ਉਸ ਨੂੰ ਪ੍ਰਮਾਤਮਾ ਆਪਣੇ ਵਿੱਚ ਮਿਲਾ ਲੈਂਦਾ ਹੈ। ਜਾਂ ਆਪਾਂ ਇੱਦਾਂ ਕਹੀਏ ਜਿਹੜੇ ਗੁਰੂ ਦੀ ਮੱਤ ਲੈਂਦੇ ਨੇ ਉਹਨਾਂ ਵਿੱਚ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ, ਅੰਦਰ ਮਹਿਸੂਸ ਹੋ ਜਾਂਦਾ, ਮਿਲ ਜਾਂਦੇ ਨੇ ਪ੍ਰਮਾਤਮਾ ਵਿੱਚ। ਕਾਮਨ ਗੁਣਵੰਤੀ ਹਰ ਪਾਏ, ਉਹ ਇਸਤਰੀ, ਕਾਮਨ ਦਾ ਮਤਲਬ ਇਸਤਰੀ, ਜੇ ਆਪਾਂ ਪ੍ਰਮਾਤਮਾ ਦੇ ਆਪਾਂ ਸਾਰੇ ਇਸਤਰੀਆਂ ਹੀ ਆ, ਪਰ ਇੱਥੇ ਕਾਮਨ ਦਾ ਮਤਲਬ ਇਸਤਰੀ ਜਿਹੜੀ ਗੁਣਾਂ ਨਾਲ ਭਰੀ ਹੋਈ ਹੈ, ਉਹੀ ਹਰੀ ਨੂੰ ਪ੍ਰਾਪਤ ਕਰਦੀ ਹੈ, ਉਹੀ ਪਤੀ ਨੂੰ ਪ੍ਰਾਪਤ ਕਰਦੀ ਹੈ, ਜਿਸ ਦੇ ਅੰਦਰ ਕੀ ਹਨ? ਗੁਣ ਹਨ। ਭੈ ਪਾਏ ਸ਼ਿੰਗਾਰ ਬਣਾਏ, ਜਿਸ ਨੇ, ਹੁਣ ਦੇਖੋ ਇੱਥੇ ਇਸਤਰੀ ਰੂਪ 'ਚ ਗੁਰੂ ਜੀ ਸੰਬੋਧਨ ਕਰ ਰਹੇ ਨੇ, ਜਿਸ ਨੇ ਆਪਣੇ ਪਤੀ ਦਾ ਭੈ ਰੱਖਿਆ। ਭੈ ਦਾ ਮਤਲਬ ਡਰ, ਭਾਏ ਦਾ ਮਤਲਬ ਪਿਆਰ ਭਰਿਆ ਡਰ। ਇਹ ਤਾਂ ਹੁੰਦਾ ਗੁਲਾਮੀ ਵਾਲਾ ਡਰ, ਉਹ ਨਹੀਂ, ਇਹ 'ਚ ਫਰਕ ਹੈ। ਗੁਲਾਮੀ ਦਾ ਕਿਸੇ ਵੀ ਚੀਜ਼ ਦੀ ਗੁਰੂ ਜੀ ਨੇ ਮਨਾ ਕੀਤੀ ਹੈ। ਭੈ ਭਾਏ ਪਿਆਰ ਭਰਿਆ ਡਰ, ਆਦਰ, ਜਿਹੜਾ ਆਦਰ ਕਹਿੰਦੇ ਜਿਹਨੂੰ ਆਪਾਂ ਆਦਰ ਕਹਿੰਦੇ ਨਾ ਵੀ ਸਤਿਕਾਰ ਕਰਨਾ ਕਿਸੇ ਦਾ, ਉਹ ਡਰ ਜਿਸ ਨੇ ਆਪਣੇ ਅੰਦਰ ਨੂੰ ਸ਼ਿੰਗਾਰ ਬਣਾਇਆ, ਜਿਸ ਨੇ ਇਸ ਚੀਜ਼ ਦਾ। ਸਤਿਗੁਰ ਸੇਵ ਸਦਾ ਸੁਹਾਗਨ, ਫਿਰ ਸੱਚੇ ਗੁਰੂ ਦਾ ਮਤਲਬ ਗਿਆਨ ਲੈ ਕੇ ਉਹਦੇ ਅਨੁਸਾਰ ਆਪਣਾ ਜੀਵਨ ਜੀ ਕੇ ਉਹ ਸਦਾ ਹੀ ਸੁਹਾਗਨ ਰਹਿੰਦੀ ਹੈ। ਸਦਾ ਹੀ ਕੀ ਰਹਿੰਦੀ ਹੈ? ਸੁਹਾਗਨ ਕੌਣ ਹੁੰਦਾ ਹੈ? ਸੁਹਾਗਨ ਦਾ ਕੀ ਮਤਲਬ ਹੁੰਦਾ? ਹਾਂਜੀ, ਜਿਹਦਾ ਪਤੀ ਉਹਦੇ ਸਿਰ 'ਤੇ ਹੋਵੇ ਉਹਨੂੰ ਸੁਹਾਗਨ ਕਹਿੰਦੇ ਨੇ। ਜਿਹੜਾ ਪਤੀ ਉਹਦੇ ਨਾਲ ਹੋਵੇ ਉਹਨੂੰ ਕੀ ਕਹਿੰਦੇ ਨੇ? ਠੀਕ ਹੈ ਜੀ। ਹੁਣ ਗੁਰੂ ਜੀ ਕਹਿੰਦੇ ਉਹ ਸਦਾ ਹੀ ਸੁਹਾਗਨ ਰਹਿੰਦੀ ਹੈ, ਹਮੇਸ਼ਾ ਹੀ ਉਸ ਦਾ ਪਰਮ ਪਿਤਾ ਪਰਮਾਤਮਾ ਉਹਦੇ ਨਾਲ ਰਹਿੰਦਾ, ਜਿਹੜੇ ਆਪਣੇ ਅੰਦਰ ਗੁਰੂ ਦੀ ਗੱਲ ਅਨੁਸਾਰ ਗੁਣਾਂ ਨੂੰ ਗ੍ਰਹਿਣ ਕਰਦੇ ਹਨ। ਸੱਚ ਉਪਦੇਸ਼ ਸਮਾਵਨਿਆ, ਜਿਹੜੀਆਂ ਜੀਵ ਇਸਤਰੀਆਂ ਸੱਚੇ ਉਪਦੇਸ਼ ਨੂੰ ਸੁਣ ਕੇ ਉਹਦੇ ਵਿੱਚ ਸਮਾ ਜਾਂਦੀਆਂ ਹਨ, ਝੂਠੇ ਨੂੰ ਨਹੀਂ, ਸੱਚ ਨਾਲ ਜੁੜਦੀਆਂ ਨੇ। ਸ਼ਬਦ ਵਿਸਾਰਨ, ਪਰ ਜਿਹੜੀਆਂ ਜੀਵ ਇਸਤਰੀਆਂ ਸ਼ਬਦ ਨੂੰ ਵਿਸਾਰ ਦਿੰਦੀਆਂ ਨੇ, ਜਿਹੜੀਆਂ ਸੱਚ ਨੂੰ, ਗੁਰੂ ਦੇ ਗਿਆਨ ਨੂੰ ਵਿਸਾਰ ਦਿੰਦੀਆਂ ਨੇ। ਤਿੰਨਾਂ ਠੌਰ ਨਾ ਠਾਓ, ਉਹਨਾਂ ਨੂੰ ਕੋਈ ਵੀ ਥਾਂ ਪ੍ਰਾਪਤ ਨਹੀਂ ਹੁੰਦਾ, ਉਹ ਕਿਸੇ ਜੋਗੇ ਵੀ ਨਹੀਂ ਹੁੰਦੇ। ਹੁਣ ਤੁਸੀਂ ਦੇਖਿਆ ਹੋਊਗਾ ਜਿਹੜੇ ਸੱਚ ਨੂੰ ਨਹੀਂ ਪਛਾਣਦੇ ਉਹ ਕਦੇ ਉੱਥੇ ਮੱਥਾ ਟੇਕਦੇ ਨੇ, ਕਦੇ ਉੱਥੇ ਸਿਰ ਰਗੜਦੇ ਨੇ, ਕਦੇ ਉੱਥੇ ਨੱਕ ਰਗੜਦੇ ਨੇ, ਕਦੇ ਕੁਝ ਕਰਦੇ ਨੇ, ਪਰ ਉਹਨਾਂ ਨੂੰ ਕਿਤੇ ਵੀ ਕੋਈ ਥਾਂ ਨਸੀਬ ਨਹੀਂ ਹੁੰਦੀ। ਥਾਂ ਨਸੀਬ ਨਾ ਹੁੰਦਾ ਮਤਲਬ ਕਿਤੇ ਵੀ ਉਹਨਾਂ ਟਿਕਾਣਾ ਨਹੀਂ ਬਣਦਾ। ਜਿਵੇਂ ਵਿਆਹ ਤੋਂ ਬਾਅਦ ਇੱਕ ਔਰਤ ਦਾ ਟਿਕਾਣਾ ਬਣ ਜਾਂਦਾ। ਮੰਨ ਲਓ ਇੱਕ ਔਰਤ ਘਰ-ਬਾਰ ਛੱਡ ਕੇ ਚਲੀ ਜਾਵੇ, ਠੀਕ ਹੈ ਜੀ, ਫਲਾਣੇ ਘਰ, ਉਹਦਾ ਕੋਈ ਟਿਕਾਣਾ ਬਣਿਆ ਕਦੀ ਜ਼ਿੰਦਗੀ 'ਚ? ਇਹਦੀ ਇੱਕ ਬੰਦਾ ਆਪਣੇ ਆਪਣੇ ਪ੍ਰਮਾਤਮਾ ਨੂੰ ਛੱਡ ਕੇ, ਆਪਣੇ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਭੜਕਣ ਦੀ ਕੋਸ਼ਿਸ਼ ਕਰਦਾ ਹੈ, ਕਦੀ ਵੀ ਸੁੱਖ ਚੈਨ ਨਹੀਂ ਮਿਲਦਾ ਉਹਨੂੰ। ਹਾਂ, ਉਹ ਪੈਸੇ ਨੂੰ ਆਪਣਾ ਪਤੀ ਬਣਾਉਣ ਦੀ ਕੋਸ਼ਿਸ਼ ਕਰੇ, ਇੱਕ ਅਲੱਗ ਚੀਜ਼ ਹੈ, ਪਰ ਚੈਨ ਅੰਦਰੋਂ ਆਤਮਾ ਤ੍ਰਿਪਤ ਫਿਰ ਵੀ ਨਹੀਂ ਹੁੰਦੀ। ਆਤਮਾ ਤ੍ਰਿਪਤ ਕਦੇ ਵੀ ਨਹੀਂ ਹੁੰਦੀ ਜੇ ਆਪਾਂ ਸਿਰਫ ਪੈਸੇ ਨੂੰ ਸਭ ਕੁਝ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਪੈਸਾ ਸਿਰਫ ਸਾਧਨ ਹੈ ਸਾਡੇ ਜੀਵਨ ਨੂੰ ਚਲਾਉਣ ਦਾ। ਫਿਰ ਕੀ ਹੁੰਦਾ ਜੀ? ਭਰਮ ਭੁੱਲੇ, ਭਰਮ ਦੇ ਵਿੱਚ ਰਹਿ ਕੇ ਉਹ ਭੁੱਲ ਜਾਂਦੀ ਹੈ ਜੀਵ ਇਸਤਰੀ। ਭਰਮ ਦੇ ਵਿੱਚ, ਵਹਿਮ ਦੇ ਵਿੱਚ ਆ ਕੇ ਜਦੋਂ ਇੱਧਰ ਉੱਧਰ ਭਟਕਦੀ ਹੈ, ਭੁੱਲ ਜਾਂਦੀ ਹੈ। ਕਿਵੇਂ? ਜਿਉਂ ਸੁੰਝੇ ਘਰ ਕਾਉ, ਜਿਵੇਂ ਖਾਲੀ ਘਰ ਵਿੱਚ ਕਾਂ ਆ ਜਾਵੇ, ਉਹਨੂੰ ਖਾਣ ਨੂੰ ਕੁਛ ਮਿਲੂ? ਕਦੇ ਕੋਈ ਖੰਡਰ ਆਪਣਾ ਬਣਿਆ ਹੋਇਆ ਹੋਵੇ ਘਰ, ਉਹਦੇ ਵਿੱਚ ਕੋਈ ਨਾ ਰਹਿੰਦਾ ਹੋਵੇ, ਕਦੇ ਕਾਂ ਨੂੰ ਕੁਛ ਖਾਣ ਨੂੰ ਮਿਲੂਗਾ? ਜਿੱਥੇ ਲੋਕ ਰਹਿੰਦੇ ਨੇ, ਕੁਛ ਵਸਦੇ ਨੇ, ਉੱਥੇ ਉਸ ਨੂੰ ਅੰਨ ਪਾਣੀ ਮਿਲਦਾ ਨਾ ਖਾਣ ਨੂੰ। ਕਹਿੰਦੇ ਇਹ ਹਾਲਾਤ ਹੋ ਜਾਂਦੇ ਨੇ ਉਸ ਜੀਵ ਇਸਤਰੀ ਦੇ। ਹਲਤ ਪਲਤ ਤਿੰਨੀ ਦੋਵੇਂ ਗਵਾਏ, ਉਹ ਨਾ ਇੱਧਰ ਜੋਗੀ ਰਹੀ ਨਾ ਉੱਧਰ ਜੋਗੀ ਰਹੀ, ਦੋਨਾਂ ਤੋਂ ਹੀ
ਚਲੀ ਗਈ। ਹਲਤ ਪਲਤ ਤਿੰਨੀ ਦੋਵੇਂ ਗਵਾਏ। ਕਈ ਵਾਰ ਦੇਖੋ ਕਿਆ ਹੁੰਦਾ, ਅੱਜ ਦੇ ਹਾਲਾਤਾਂ 'ਚ ਵੀ ਆਪਾਂ ਦੇਖਦੇ ਹਾਂ, ਕੁੜੀਆਂ ਦੀ ਆਪਾਂ ਗੱਲ ਕਰਦੇ ਹਾਂ, ਘਰਦਿਆਂ ਤੋਂ ਭੱਜ ਕੇ ਵਿਆਹ ਕਰਾ ਲੈਂਦੀਆਂ ਨੇ, ਦੇਖਦੇ ਨਾ ਆਪਾਂ। ਫਿਰ ਉੱਧਰੋਂ ਵੀ ਨਹੀਂ ਬਣਦੀ, ਜਾ ਕੇ ਪਤਾ ਲੱਗਦਾ ਵੀ ਇਹ ਤਾਂ ਕੰਮ ਖਰਾਬ ਹੋ ਗਿਆ, ਇੱਧਰ ਵੀ ਕੁਛ ਨਹੀਂ ਹੈਗਾ, ਇਹ ਤਾਂ ਮਲੰਗ ਸੀ ਬੰਦਾ, ਇਹ ਤਾਂ ਨਸ਼ੇੜੀ ਸੀਗਾ, ਮੈਂ ਕਿਹਦੇ ਚੱਕਰ 'ਚ ਫਸ ਗਈ। ਫਿਰ ਨਾ ਉੱਧਰ ਜੋਗੀ ਰਹੀ ਨਾ ਇੱਧਰ ਜੋਗੀ ਰਹੀ, ਦੋਨੇ ਪਾਸਿਆਂ ਨਾਲ ਟੁੱਟ ਗਿਆ ਬੰਦਾ। ਹਲਤ ਪਲਤ ਤਿੰਨੀ ਦੋਵੇਂ ਗਵਾਏ। ਜਿਹੜਾ ਪਰਮਾਤਮਾ ਗੁਰੂ ਤੋਂ ਟੁੱਟ ਜਾਂਦਾ ਹੈ ਉਹ ਕਿਸੇ ਘਰ ਘਾੜ ਜੋਗਾ ਨਹੀਂ ਰਹਿੰਦਾ, ਜਿੱਥੇ ਮਰਜ਼ੀ ਜਾਈ ਚੱਲੇ, ਤਸੱਲੀ ਉਹਨੂੰ ਕਿਤੇ ਵੀ ਨਹੀਂ ਹੁੰਦੀ। ਦੁੱਖੇ ਦੁੱਖ ਵਿਹਾਵਨਿਆ, ਫਿਰ ਉਹ ਦੁੱਖਾਂ ਵਿੱਚ ਹੀ ਆਪਣਾ ਜੀਵਨ ਗੁਜ਼ਾਰ ਕੇ ਜਾਂਦੀ ਹੈ, ਦੁੱਖੇ ਦੁੱਖ ਸਹਾਰਦੀ ਹੈ। ਫਿਰ ਕਿਉਂਕਿ ਜੋ ਹੱਕ ਆਪਾਂ ਵੈਸੇ ਵੀ ਗੱਲ ਕਰਦੇ ਹਾਂ, ਇੱਕ ਔਰਤ ਨੂੰ ਆਪਣੇ ਪਤੀ ਦੇ ਘਰ ਹੁੰਦਾ ਹੈ, ਉਹ ਕਿਤੇ ਵੀ ਪ੍ਰਾਪਤ ਨਹੀਂ ਹੁੰਦਾ, ਜਿੱਥੇ ਮਰਜ਼ੀ ਉਹ ਚਲੀ ਜਾਵੇ। ਕਿਉਂਕਿ ਹਰ ਇੱਕ ਔਰਤ, ਚਾਹੇ ਜੋ ਵੀ ਆਪਾਂ ਨੋਰਮਲ ਉਦਾਹਰਨ ਲੈਂਦੇ ਹਾਂ, ਠੀਕ ਹੈ ਜੀ, ਫਿਰ ਵੀ ਬਾਕੀਆਂ ਨਾਲੋਂ ਕਿਤੇ ਨਾ ਕਿਤੇ ਉਸਦਾ ਉੱਥੇ ਹੱਕ ਬਣ ਜਾਂਦਾ ਹੈਗਾ। ਸਮੇਂ ਨਾਲ ਇਹ ਚੀਜ਼ਾਂ ਬਦਲਦੀਆਂ ਨੇ, ਪਰ ਜੇ ਉਹ ਸੋਚੇ ਕਿ ਮੈਂ ਵਾਪਸ ਜਾਵਾਂ, ਮੈਂ ਇੱਧਰ ਚਲੀ ਜਾਵਾਂ, ਉੱਧਰ ਜਾ ਕਿਸੇ ਹੋਰ ਦੇ ਘਰ ਚਲੀ ਜਾਵਾਂ, ਉੱਥੇ ਜਾ ਕੇ ਵੀ ਉਸ ਨੂੰ ਉਹਨਾਂ ਦੇ ਨਿਯਮਾਂ ਦੀ ਹੀ ਪਾਲਣਾ ਕਰਨੀ ਪੈਂਦੀ ਹੈ, ਮਤਲਬ ਆਪਣਾ ਉਸਦਾ ਹੱਕ ਅਧਿਕਾਰ ਨਹੀਂ ਹੁੰਦਾ। ਇੱਦਾਂ ਹੀ ਆਪਾਂ ਗੁਰੂ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ ਥਾਂ ਥਾਂ ਭਟਕਦੇ ਹਾਂ। ਮੰਨ ਲਓ ਆਪਾਂ ਜੀਵ ਇਸਤਰੀ ਗੁਰੂ ਨੂੰ ਛੱਡਤਾ, ਗੁਰੂ ਤਾਂ ਆਪਾਂ ਸਾਰੀਆਂ ਗੱਲਾਂ ਸਮਝਾ ਰਹੇ ਸੀ ਹਰ ਇੱਕ ਤਰੀਕੇ ਨਾਲ, ਆਪਾਂ ਛੱਡਤਾ, ਤੁਸੀਂ ਕਿਤੇ ਵੀ ਚਲੇ ਗਏ। ਦੇਖੋ ਪੈਸੇ ਨੂੰ ਆਪਾਂ ਵਿੱਚ ਨਹੀਂ ਕਰਾਂਗੇ, ਕਿਉਂਕਿ ਕਈ ਲੋਕ ਪੈਸੇ ਕਰਕੇ ਵੀ ਥਾਂ ਥਾਂ ਭਟਕੀ ਜਾਂਦੇ ਨੇ, ਪਰ ਗੱਲ ਕਰਦੇ ਹਾਂ ਅੰਦਰਲੀ ਤ੍ਰਿਪਤੀ ਦੀ। ਤ੍ਰਿਪਤੀ ਹੋਣਾ ਅਲੱਗ ਗੱਲ ਹੈ, ਪੈਸੇ ਹੋਣਾ ਅਲੱਗ ਗੱਲ ਹੈ, ਠੀਕ ਹੈ ਜੀ। ਤ੍ਰਿਸ਼ਨਾਵਾਂ ਦਾ ਮਿਟਣਾ ਅਲੱਗ ਗੱਲ ਹੈ, ਉਹ ਤ੍ਰਿਸ਼ਨਾਵਾਂ ਕਦੇ ਵੀ ਕਿਤੇ ਨਹੀਂ ਮਿਟਦੀਆਂ। ਹੁਣ ਗੁਰੂ ਜੀ ਸਮਝਾ ਰਹੇ ਨੇ, ਕਹਿੰਦੇ ਲਿਖਦਿਆਂ ਲਿਖਦਿਆਂ ਕਾਗਜ਼ ਮਸ ਖੋਈ। ਹੁਣ ਦੇਖੋ ਕਾਗਜ਼ ਦਾ ਮਤਲਬ ਆਪਾਂ ਨੂੰ ਪਤਾ ਲੱਗਦਾ ਕਾਗਜ਼, ਠੀਕ ਹੈ, ਮਸ ਦਾ ਮਤਲਬ ਸਿਆਹੀ। ਕਹਿੰਦੇ ਲਿਖਦਿਆਂ ਲਿਖਦਿਆਂ ਸਿਆਹੀ ਵੀ ਖਤਮ ਹੋ ਗਈ। ਜਿਹੜੇ ਆਪਾਂ ਇਹ ਮਾਇਆ ਵਾਲੇ, ਮੋਹ ਵਾਲੇ, ਵਿਕਾਰਾਂ ਵਾਲੇ ਲੇਖ ਲਿਖ ਰਹੇ ਹਾਂ ਨਾ ਆਪਣੇ, ਲਿਖਦਿਆਂ ਲਿਖਦਿਆਂ ਕਿਤੇ ਸਿਆਹੀ ਵੀ ਮੁੱਕ ਜਾਂਦੀ ਹੈ, ਭਰਾਵਾਂ ਨੇ ਸਾਹ ਵੀ ਮੁੱਕ ਜਾਂਦੇ ਨੇ। ਆਪਾਂ ਸਾਰੀ ਉਮਰ ਲੱਗੇ ਰਹਿੰਦੇ ਨਾ ਪੈਸੇ ਚੱਕਰ। ਦੇਖੋ ਇਨਸਾਨ ਜਦ ਤੱਕ ਜਿੰਦਾ ਆਖਰੀ ਸਾਹ ਹੈ, ਉਦੋਂ ਤੱਕ ਵੀ ਉਹ ਕਿਹਦੇ ਚੱਕਰ 'ਚ ਫਸਿਆ ਹੋਇਆ ਹੈ, ਕਿਹਦੇ ਚੱਕਰ 'ਚ ਫਸਿਆ ਹੋਇਆ ਹੈ, ਮਾਇਆ ਦੇ। ਤਾਂ ਉਹ ਸਿਆਹੀ ਵੀ ਐਂਡ 'ਚ ਮੁੱਕ ਜਾਂਦੀ, ਮਤਲਬ ਸਾਹ ਵੀ ਮੁੱਕ ਜਾਂਦੇ ਨੇ, ਪਰ ਉਹ ਚੱਕਰ ਖਤਮ ਨਹੀਂ ਹੁੰਦੇ ਹੈਗੇ। ਦੂਜੇ ਪਾਏ ਸੁਖ ਪਾਏ ਨਾ ਕੋਈ, ਇਸ ਤਰ੍ਹਾਂ ਦੂਜੇ ਪਾਏ, ਦੂਜੇ ਪਿਆਰ ਵਿੱਚ ਲੱਗ ਕੇ ਕਦੇ ਵੀ ਕਿਸੇ ਨੇ ਸੁੱਖ ਪ੍ਰਾਪਤ ਨਹੀਂ ਕੀਤਾ। ਹੁਣ ਮਾਇਆ ਦੇ ਵਿੱਚ ਪਸਾਏ ਲੱਗੇ ਹੋਏ ਆ, ਦੇਖੋ ਹੁਣ ਆਪਣੇ ਵੱਲ ਝਾਤੀ ਮਾਰਦੇ ਆ, ਮਾਇਆ ਚਾਹੇ ਜੋ ਮਰਜ਼ੀ ਆ ਜਾਵੇ, ਕਿ ਸੁੱਖ ਪ੍ਰਾਪਤ ਹੋ ਰਿਹਾ ਆਪਾਂ ਨੂੰ, 2 ਮਿੰਟ ਲਈ ਆਉਂਦਾ, ਫਿਰ ਅਗਲਾ ਦੁੱਖ ਸਟਾਰਟ ਹੋ ਜਾਂਦਾ ਹੈਗਾ। ਫਿਰ ਮਨ 'ਚ ਇੱਕ ਹੋਰ ਤ੍ਰਿਸ਼ਨਾ ਖੜੀ ਹੋ ਜਾਂਦੀ ਹੈ, ਵੱਡੀ ਉਸ ਤੋਂ ਬੜੀ, ਉਲਟਾ ਉਸ ਤੋਂ ਵੀ ਬੜੀ ਤ੍ਰਿਸ਼ਨਾ ਖੜੀ ਹੋ ਜਾਂਦੀ ਹੈ। ਕੂੜ ਲਿਖੈ, ਫਿਰ ਕੂੜ ਮਤਲਬ ਝੂਠ ਹੀ ਲਿਖੀ ਜਾਂਦੇ ਨੇ, ਅਤੇ ਕੂੜ ਕਮਾਵੈ, ਝੂਠ ਹੀ ਕਮਾਉਂਦੇ ਨੇ, ਮਤਲਬ ਸੱਚ ਦਾ ਪਾਰ ਨਹੀਂ ਕਰਦੇ ਅਸੀਂ। ਗੁਰੂ ਜੀ ਕਹਿੰਦੇ ਫਿਰ ਸਾਰੀ ਉਮਰ ਝੂਠ ਹੀ ਲਿਖੀ ਜਾਂਦੇ ਨੇ ਅਤੇ ਝੂਠ ਹੀ ਕਮਾਉਂਦੇ ਨੇ। ਬੋਲਿਆ ਕਰੋ ਭਾਈ, ਜਦੋਂ ਆਪਾਂ ਗੱਲਾਂ ਕਰਦੇ ਹਾਂ ਕਿੰਨੀ ਜ਼ੁਬਾਨ ਚੱਲਦੀ ਹੈ ਆਪਣੀ ਸਾਰਿਆਂ ਦੀ, ਫਿਰ ਤਾਂ ਗੱਲ ਮੂਹਰੇ ਦੂਜੇ ਦੀ ਨਿਕਲ ਵੀ ਨਹੀਂ ਹੁੰਦੇ ਮੂੰਹ 'ਚੋਂ, ਪਹਿਲਾਂ ਆਪਣੀ ਠਾਹ ਦਿੰਦੇ ਮੂਹਰੇ ਕਰ ਦਿੰਦੇ ਆਪਾਂ, ਹੈ ਨਾ। ਹੁਣ ਵੀ ਕੱਢਿਆ ਕਰੋ ਨਾ ਠਾਹ ਕਰਕੇ ਗੱਲ, ਜੋ ਗੁਰਬਾਣੀ ਦੀ ਗੱਲ ਆਉਂਦੀ ਹੈ। ਕੂੜ ਲਿਖੈ ਤੈ ਕੂੜ ਕਮਾਵੈ, ਝੂਠ ਲਿਖਦੇ ਹਾਂ ਅਤੇ ਝੂਠ ਕਮਾਉਂਦੇ ਹਾਂ। ਜਲ ਜਾਵੈ ਕੂੜ ਚਿੱਤ ਲਾਵਨਿਆ, ਜਦੋਂ ਕੂੜ ਚਿੱਤ ਨਾਲ ਚਿੱਤ ਲੱਗਦਾ ਨਾ, ਸਾਡਾ ਚਿੱਤ ਕੀ ਹੁੰਦਾ, ਮਨ ਕੀ ਹੁੰਦਾ, ਜਲ ਜਾਂਦਾ ਹੈ। ਅਸੀਂ ਜਲ ਜਾਂਦੇ ਹਾਂ, ਝੂਠ ਨਾਲ ਜੁੜ ਕੇ, ਝੂਠ ਨਾਲ ਜੁੜ ਕੇ ਚੱਲਦੀ ਹਾਂ ਆਪਾਂ। ਦੇਖੋ ਆਪਣੇ ਮਨ ਵੱਲ ਮੈਂ ਵੀ ਦੇਖ ਰਿਹਾ, ਦੇਖੋ ਅੰਦਰ ਜਲਨ ਹੁੰਦੀ ਹੈ ਨਾ, ਇਹ ਸਭ ਝੂਠ ਦੀਆਂ ਕਾਰਨ ਹੈ। ਗੁਰੂ ਜੀ ਕਹਿੰਦੇ ਅੱਗੇ, ਗੁਰੂ ਜੀ ਕਹਿੰਦੇ ਨੇ ਹੁਣ ਗੁਰਮੁਖ, ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਜਿਹੜੇ ਗੁਰੂ ਦੇ ਅਨੁਸਾਰ ਚੱਲਦੇ ਨੇ। ਮੰਮੀ ਕੀ ਕਹਿ ਰਹੇ ਨੇ, ਉਹ ਝੂਠ ਸੀ, ਫਿਰ ਉਹ ਤਾਂ ਹੀ ਚੱਲ ਰਹੇ ਨਾ ਅੰਦਰ, ਝੂਠ ਦੇ ਵਿੱਚ ਆ ਗਏ। ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਜਿਹੜੇ ਗੁਰੂ ਦੀ ਸਿੱਖਿਆਵਾਂ ਨੂੰ ਮੰਨਦੇ ਨੇ,
ਚੰਗੇ ਇਨਸਾਨ ਬਣਦੇ ਨੇ, ਉਹ ਫਿਰ ਸੱਚੋ ਦੇ ਨਾਲ ਜੁੜ ਕੇ, ਸੱਚ ਨਾਲ ਜੁੜ ਕੇ ਸੱਚ ਹੀ ਲਿਖਣਾ ਸ਼ੁਰੂ ਕਰ ਦਿੰਦੇ ਹਨ ਜ਼ਿੰਦਗੀ ਦੇ ਵਿੱਚ, ਅਤੇ ਸੱਚ ਦੀ ਹੀ ਵਿਚਾਰ ਕਰਦੇ ਨੇ। ਸੇ ਜਨ ਸੱਚੇ, ਜਿਹੜੇ ਇਹ ਜਨ ਨੇ, ਸੱਚੇ ਜਨ ਨੇ, ਪਾਵੈ ਮੋਖ ਦੁਆਰ, ਇਹ ਇੱਕ ਦਿਨ ਮੁਕਤੀ ਦਾ ਦੁਆਰ ਪ੍ਰਾਪਤ ਕਰ ਲੈਂਦੇ ਨੇ। ਮਰਨ ਤੋਂ ਬਾਅਦ ਨਹੀਂ, ਜਿੰਦੇ ਜੀ ਮੁਕਤ ਹੋ ਜਾਂਦੇ ਨੇ, ਸੱਚ ਦੇ ਰਾਹ ਚੱਲ ਕੇ ਅੰਦਰਲਾ ਮਨ ਬਦਲ ਜਾਂਦਾ ਹੈ, ਪੂਰਾ ਪਰਿਵਰਤਨ ਸਟਾਰਟ ਹੋ ਜਾਂਦਾ ਅੰਦਰਲੇ ਸਰੀਰ ਦੇ ਮਨ ਦੇ ਵਿੱਚ। ਸੱਚ ਕਾਗਜ਼, ਸੱਚੇ ਕਾਗਜ਼ ਦੇ ਉੱਪਰ ਕਲਮ ਮਸਵਾਣੀ, ਸੱਚ ਲਿਖ ਸੱਚ ਸਮਾਵਨਿਆ। ਗੁਰੂ ਜੀ ਕਹਿੰਦੇ ਫਿਰ ਉਹ ਕੀ ਕਰਦੇ ਨੇ, ਉਹ ਉਹਨਾਂ ਦੀ ਜਿਹੜੀ ਕਾਗਜ਼ ਹੈ ਉਹ ਵੀ ਸੱਚ ਹੋ ਜਾਂਦਾ, ਸੱਚ ਦਾ ਮਤਲਬ ਚੰਗਾ ਹੁੰਦਾ, ਸੋਹਣਾ ਹੁੰਦਾ ਹੈ। ਉਹਨਾਂ ਦੀ ਕਲਮ ਵੀ ਸਫਲ ਹੁੰਦੀ ਹੈ, ਦਵਾਤ ਵੀ ਸਫਲ ਹੁੰਦੀ ਹੈ, ਜਿਹਦੀ ਸਹੀ 'ਚ ਲਿਖਦੇ ਨੇ, ਹੈ ਨਾ ਜੀ। ਅਤੇ ਜਿਹੜਾ ਸਦਾ ਸਿਰ ਪ੍ਰਭੂ ਦਾ ਨਾਮ ਲਿਖ ਕੇ ਸਦਾ ਸਿਰ ਪ੍ਰਭੂ ਦੇ ਵਿੱਚ ਹੀ ਲੀਨ ਰਹਿੰਦੇ ਹਨ, ਭਾਵ ਜਿਹੜੇ ਸੱਚ ਨੂੰ ਲਿਖ ਕੇ ਆਪਣੇ ਜੀਵਨ 'ਚ ਸੱਚ ਲਿਖਦੇ ਨੇ, ਆਪਣੇ ਜੀਵਨ ਦੇ ਅੰਦਰ ਕੀ ਲਿਖਦੇ ਨੇ, ਸੱਚ। ਜਿਹੜਾ ਮੂੰਹ 'ਚੋਂ ਗਲਤ ਬੋਲਦੇ ਆ ਉਹ ਝੂਠ ਲਿਖਣਾ ਕਹਿੰਦੇ ਨੇ ਉਹਨੂੰ। ਜੋ ਅਸੀਂ ਬੋਲਦੇ ਹਾਂ ਨਾ ਝੂਠ, ਉਹ ਹੁੰਦਾ ਝੂਠ ਲਿਖਣਾ, ਕੂੜ ਲਿਖਣਾ। ਜੋ ਅਸੀਂ ਸੱਚ ਬੋਲਦੇ ਹਾਂ, ਸੱਚੇ ਵਿਚਾਰ ਕਰਦੇ ਹਾਂ, ਚਾਹੇ ਉਹਦੇ ਸਾਡੀ ਇੱਜ਼ਤ ਹੁੰਦੀ ਹੈ, ਬੇਇੱਜ਼ਤੀ ਹੁੰਦੀ ਹੈ, ਉਹ ਮਹਿਸੂਸ ਨਹੀਂ ਕਰਦੇ, ਫਿਰ ਸੱਚ ਨਾਲ ਜੁੜਦੇ ਹਾਂ, ਸੱਚ ਲਿਖਦੇ ਹਾਂ। ਕਹਿੰਦੇ ਉਹ ਅੰਦਰਲਾ ਕਾਗਜ਼, ਉਹ ਅੰਦਰਲੀ ਦਵਾਤ, ਉਹ ਅੰਦਰਲੀ ਕਲਮ, ਉਹ ਸਾਰੇ ਸਫਲ ਹੋ ਜਾਂਦੇ ਨੇ। ਗੁਰੂ ਜੀ ਕਹਿੰਦੇ ਸੱਚ ਕਾਗਜ਼ ਕਲਮ ਮਸਵਾਣੀ, ਸੱਚ ਲਿਖ, ਉਹ ਸੱਚ ਨੂੰ ਲਿਖਦੇ ਨੇ, ਫਿਰ ਸੱਚ ਸਮਾਵਨਿਆ, ਅਤੇ ਸੱਚ ਵਿੱਚ ਹੀ ਸਮਾ ਜਾਂਦੇ ਹਨ। ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਜਿਹੜਾ ਮੇਰਾ ਪ੍ਰਭੂ ਪਰਮਾਤਮਾ ਹੈ ਨਾ, ਉਹ ਅੰਦਰ ਬੈਠਾ ਸਭ ਦੇਖ ਰਿਹਾ, ਸਾਰਿਆਂ ਦੇ ਅੰਦਰ ਬੈਠਾ। ਉਹ ਕੀ ਝੂਠ ਲਿਖ ਰਿਹਾ, ਕੀ ਸੱਚ ਲਿਖ ਰਿਹਾ, ਬੰਦਾ ਕੀ ਝੂਠ ਲਿਖ ਰਿਹਾ, ਕੀ ਸੱਚ ਲਿਖ ਰਿਹਾ, ਅੰਦਰ ਬੈਠਾ ਪ੍ਰਭੂ ਪਰਮਾਤਮਾ ਸਭ ਅੰਤਰ ਬੈਠਾ। ਹੁਣ ਦੇਖੋ ਗੁਰੂ ਜੀ ਦੀ ਗੱਲ ਨੂੰ ਮੰਨਣਾ ਨਹੀਂ ਮੰਨਣਾ ਇਹ ਸਾਡੇ 'ਤੇ ਨਿਰਭਰ ਕਰਦਾ ਹੈ। ਹਰ ਗੱਲ ਨੂੰ ਸੱਚ ਸੱਚ ਕਰਕੇ ਮੰਨ ਲੈਣਾ ਗੁਰੂ ਜੀ ਨੂੰ, ਜੇ ਜੀਵਨ ਵਧੀਆ ਬਣਾਉਣਾ ਚਾਹੁੰਦੇ ਹਾਂ, ਉੱਚਾ ਬਣਾਉਣਾ ਚਾਹੁੰਦੇ ਹਾਂ, ਸੋਭਾ ਹੋਵੇ, ਵਡਿਆਈ ਹੋਵੇ, ਜਿਹੜੀ ਗੁਰੂ ਜੀ ਕਹਿੰਦੇ ਨੇ, ਹਰ ਗੱਲ ਨੂੰ ਸੱਚ। ਗੁਰੂ ਜੀ ਨੇ ਕਿਹਾ ਅੰਦਰ ਬੈਠਾ ਦੇਖ ਰਿਹਾ ਤਾਂ ਦੇਖ ਰਿਹਾ, ਠੀਕ ਹੈ ਜੀ। ਹੁਣ ਉਹ ਮਹਿਸੂਸ ਕਰਨਾ ਆਪਾਂ ਨੇ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਨਾਲ ਮਿਲ ਜਾਂਦਾ ਹੈ, ਸੋਈ ਜਨ ਲੇਖੈ, ਜੋ ਉਹ ਲਿਖ ਰਿਹਾ ਹੈ ਉਹ ਜਨ, ਉਹ ਪਰਮਾਤਮਾ ਦੇ ਵੀ ਸੱਚ ਦੇ ਵਿੱਚ ਇੱਕਮਿਕ ਹੋ ਜਾਂਦਾ ਹੈ, ਮਿਲ ਜਾਂਦਾ ਹੈ। ਸੋਈ ਜਨ, ਉਸ ਜਨ ਦਾ ਲੇਖਾ, ਉਸ ਜਨ ਦੀ ਹਰ ਇੱਕ ਚੀਜ਼ ਪਰਮਾਤਮਾ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੀ ਹੈ, ਉਹ ਜੁੜ ਜਾਂਦਾ ਹੈ। ਜਿਸ ਨੇ ਲੇਖ ਲਿਖਿਆ ਨਾ ਸੱਚ ਦਾ, ਉਹ ਮਿਲ ਜਾਂਦਾ ਹੈ। ਨਾਨਕ, ਤਾਂ ਨਾਨਕ ਜੀ ਕਹਿੰਦੇ ਨੇ, ਇਹ ਨਾਨਕ ਨਾਮ ਮਿਲੈ ਵਡਿਆਈ, ਪਰਮਾਤਮਾ ਦੇ ਅਨੁਸਾਰ ਚੱਲ ਕੇ ਫਿਰ ਵਡਿਆਈ ਪ੍ਰਾਪਤ ਹੁੰਦੀ ਹੈ। ਪੂਰੇ ਗੁਰ ਤੇ ਪਾਵਨਿਆ, ਪਰ ਇਹ ਸਿੱਖਿਆ ਪੂਰੇ ਗੁਰੂ ਤੋਂ ਹੀ ਮਿਲਦੀ ਹੈ, ਇਹ ਰਾਹ ਪੂਰੇ ਗੁਰੂ ਹੀ ਦਿਖਾਉਂਦੇ ਹਨ। ਹੁਣ ਪੂਰੇ ਗੁਰੂ ਕੌਣ ਹਨ ਜੀ? ਗੁਰੂ ਗ੍ਰੰਥ ਸਾਹਿਬ ਜੀ। ਇਹ ਗੱਲ ਪੱਕੀ ਹੋ ਜਾਣੀ ਚਾਹੀਦੀ ਹੈ, ਪੱਥਰ 'ਤੇ ਲਕੀਰ ਹੋ ਜਾਣੀ ਚਾਹੀਦੀ ਹੈ। ਪੱਥਰ 'ਤੇ ਲਕੀਰ ਕਿਉਂ ਕਹਿੰਦੇ ਆਪਾਂ? ਜੇ ਪੱਥਰ 'ਚ ਬਹੁਤ ਵੱਡੀ ਲਾਈਨ ਬਣੀ ਹੋਵੇ, ਉਹ ਮਿਟਦੀ ਨਹੀਂ ਨਾ ਹੈਗੀ, ਤਾਂ ਇਹ ਗੱਲ ਹੋ ਜਾਣੀ ਚਾਹੀਦੀ ਹੈ ਪੱਕੀ ਗੱਲ। ਸਾਡਾ ਮਨ ਡੋਲਣਾ ਨਹੀਂ ਚਾਹੀਦਾ ਗੁਰੂ ਤੋਂ ਕਦੇ ਵੀ, ਗੁਰੂ ਦੀ ਸਿੱਖਿਆਵਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।